खालसा वाहिगुरू जी की फतेह। हाँ जी बेटा, ਆਪਾਂ ਪਹਿਲਾਂ ਪੜ੍ਹਿਆ ਸੀ ਪੰਜਾਬ ਦੇ ਰਸਮਾਂ ਰਿਵਾਜ ਵਿੱਚ ਕਿ ਬੱਚੇ ਦੇ ਜਨਮ ਨਾਲ ਸੰਬੰਧਿਤ ਜਿਹੜੇ ਉਹ ਕਿਹੜੇ ਰਸਮਾਂ ਰਿਵਾਜ ਨਿਭਾਏ ਜਾਂਦੇ। ਅੱਗੇ ਆਪਾਂ ਪੜਾਂਗੇ ਦੂਸਰੀ ਸਟੇਜ ਕਿ ਮੁੰਡੇ ਜਾਂ ਕੁੜੀ ਦੇ ਵਿਆਹ ਦੇ ਨਾਲ ਸੰਬੰਧਿਤ ਕਿਹੜੀਆਂ ਰਸਮਾਂ ਆ ਜਿਹੜੀਆਂ ਪੰਜਾਬ ਦੇ ਵਿੱਚ ਪ੍ਰਚਲਿਤ ਆ। ਕੀ ਦੱਸਿਆ ਗਿਆ ਕਿ ਮੁੰਡੇ ਜਾਂ ਕੁੜੀ ਦੇ ਜਵਾਨ ਹੋਣ 'ਤੇ ਵਿਆਹ ਦੀਆਂ ਰਸਮਾਂ ਜਿਹੜੀਆਂ ਆ ਉਹਨਾਂ ਦੀ ਇੱਕ ਲੜੀ ਸ਼ੁਰੂ ਹੋ ਜਾਂਦੀ। ਸੋ ਇਹਨਾਂ ਵਿੱਚ ਸਭ ਤੋਂ ਪਹਿਲੀ ਰਸਮ ਆ ਰੋਕਣ ਦੀ ਜਾਂ ਠਾਕਣ ਦੀ, ਮਤਲਬ ਰੋਕਾ ਕਰਨਾ ਜਾਂ ਠਾਕਾ ਲਗਾਉਣਾ। ਕੀ ਹੁੰਦਾ ਸੀ ਪਹਿਲੇ ਸਮਿਆਂ ਵਿੱਚ ਕਿ ਜਿਹੜੇ ਕੁੜੀ ਵਾਲੀ ਧਿਰ ਦੇ ਲੋਕ ਸੀਗੇ ਉਹ ਨਾਈ ਦੇ ਹੱਥ ਮੁੰਡੇ ਨੂੰ 1 ਰੁਪਈਆ ਭੇਜ ਦਿੰਦੇ। ਇਹਦਾ ਮਤਲਬ ਇਹ ਹੁੰਦਾ ਸੀ ਕਿ ਕੁੜਮਾਈ ਜਾਂ ਮੰਗਣੀ ਭਾਵੇਂ ਥੋੜ੍ਹਾ ਠਹਿਰ ਕੇ ਕੀਤੀ ਜਾਵੇ, ਪਰ ਅੱਜ ਤੋਂ ਜਿਹੜਾ ਰਿਸ਼ਤਾ ਨਾਤਾ ਆ ਉਹ ਪੱਕਾ ਹੋ ਗਿਆ ਮੰਨਿਆ ਜਾਂਦਾ ਹੈ। ਉਸ ਤੋਂ ਬਾਅਦ ਜਦੋਂ ਵਾਰ ਲੜਕੀ ਵਾਸਤੇ ਲੱਭ ਲਿਆ ਜਾਂਦਾ ਸੀ, ਰਿਸ਼ਤਾ ਤੈਅ ਹੋ ਜਾਂਦਾ ਸੀ, ਭਾਵ ਕਿ ਰੋਕ ਲਿਆ ਜਾਂਦਾ ਸੀਗਾ, ਫਿਰ ਕੁੜਮਾਈ ਜਾਂ ਸਗਾਈ ਜਾਂ ਮੰਗਣੀ ਦੀ ਰਸਮ ਹੁੰਦੀ। ਪਹਿਲੇ ਸਮਿਆਂ ਵਿੱਚ ਲੇਖਕ ਕਹਿੰਦਾ ਕਿ ਕੁੜੀ ਵਾਲੇ ਨਾਈ ਦੇ ਹੱਥ ਇੱਕ ਖੰਮਣੀ ਹੁੰਦੀ ਆ, ਲਾਲ ਜਿਹੜਾ ਧਾਗਾ ਹੁੰਦਾ ਮੌਲੀ, ਇੱਕ ਖੰਮਣੀ, ਰੁਪਈਆ, 5 ਮਿਸ਼ਰੀ ਦੇ ਕੂਜੇ ਮਤਲਬ ਮਿਸ਼ਰੀ ਦੇ ਬਣੀ ਹੋਈ ਜਿਹੜੀ ਕੌਲੀ ਜੇ ਟਾਈਪ ਹੁੰਦੀ, 5 ਛੁਹਾਰੇ, ਕੇਸਰ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨਾਈ ਦੇ ਹੱਥ ਮੁੰਡੇ ਵਾਲਿਆਂ ਦੇ ਘਰ ਭੇਜ ਦਿੱਤੇ ਜਾਂਦੇ। ਮੁੰਡੇ ਵਾਲਿਆਂ ਨੇ ਰਿਸ਼ਤੇਦਾਰਾਂ ਤੇ ਸ਼ਰੀਕੇ ਵਿੱਚ ਸੱਦਾ ਦਿੱਤਾ ਹੁੰਦਾ ਸੀ। ਸੋ ਮੁੰਡੇ ਦੇ ਮਾਮੇ ਤੇ ਪਿਤਾ ਪੰਚਾਇਤ ਦੀ ਹਜ਼ੂਰੀ ਵਿੱਚ ਮੁੰਡੇ ਨੂੰ ਚੌਂਕੀ 'ਤੇ ਬਿਠਾ ਲੈਂਦੇ ਸੀ ਤੇ ਨਾਈ ਜੋ ਕੁਛ ਕੁੜੀ ਵਾਲਿਆਂ ਨੇ ਉਹਨਾਂ ਨੂੰ ਭੇਜਿਆ ਹੁੰਦਾ ਸੀ ਉਹ ਮੁੰਡੇ ਦੀ ਝੋਲੀ ਵਿੱਚ ਪਾ ਕੇ ਕੇਸਰ ਦਾ ਟਿੱਕਾ ਉਹਦੇ ਮੱਥੇ ਉੱਪਰ ਲਗਾ ਲੈਂਦਾ ਸੀ। ਕੁੜੀ ਦਾ ਪਿਤਾ ਜਾਂ ਵਿਚੋਲਾ ਪੱਲੇ ਵਾਲੀਆਂ ਚੀਜ਼ਾਂ ਵਿੱਚੋਂ ਇੱਕ ਛੁਹਾਰਾ ਤੇ ਇੱਕ ਮਿਸ਼ਰੀ ਮੁੰਡੇ ਦੇ ਮੂੰਹ ਵਿੱਚ ਪਾ ਦਿੰਦਾ ਸੀਗਾ, ਜਿਹਦਾ ਮਤਲਬ ਸੀਗਾ ਕਿ ਉਹਦੀ ਕੁੜਮਾਈ ਜਿਹੜੀ ਉਹ ਹੋ ਗਈ। ਬਾਕੀ ਛੁਹਾਰੇ ਮੁੰਡੇ ਦੇ ਇਹੋ ਜਿਹੇ ਹਾਣੀਆਂ ਵਿੱਚ ਵੰਡ ਦਿੱਤੇ ਜਾਂਦੇ ਸੀ ਜਿਨ੍ਹਾਂ ਦਾ ਅਜੇ ਰਿਸ਼ਤਾ ਹੋਣਾ ਹੁੰਦਾ ਸੀ। ਇਸ ਰਸਮ ਦੇ ਉੱਤੇ ਭਾਈਚਾਰੇ ਦੀਆਂ ਔਰਤਾਂ ਸਗਨ ਦੇ ਰੂਪ ਦੇ ਵਿੱਚ 1-1 ਰੁਪਈਆ ਤੇ ਠੂਠੀ ਵਾਰ ਕੇ ਮੁੰਡੇ ਦੀ ਝੋਲੀ ਵਿੱਚ ਪਾਉਂਦੀਆਂ ਸੀ। ਮੁੰਡੇ ਦਾ ਮਾਮਾ ਉਸ ਨੂੰ ਚੁੱਕ ਕੇ ਜਾਂ ਸਹਾਰਾ ਦੇ ਕੇ ਚੌਂਕੀ ਤੋਂ ਉਤਾਰ ਲੈਂਦਾ ਸੀ ਤੇ ਨਾਈ ਨੂੰ ਲਾਗ ਤੇ ਉਹਦੇ ਆਉਣ ਜਾਣ ਦਾ ਖਰਚਾ ਦੇ ਕੇ ਵਿਦਾ ਕਰ ਦਿੱਤਾ ਜਾਂਦਾ ਸੀ। ਸੋ ਵਿਆਹ ਨਾਲ ਸੰਬੰਧਿਤ ਸਭ ਤੋਂ ਪਹਿਲੀ ਰਸਮ ਸੀਗੀ ਰੋਕਣਾ ਜਾਂ ਠਾਕਣਾ। ਦੂਸਰੀ ਰਸਮ ਸੀਗੀ ਕੁੜਮਾਈ। ਹੁਣ ਅੱਗੇ ਕੀ ਆ ਕਿ ਮੁੰਡੇ ਵਾਲੇ ਕੀ ਕਰਦੇ ਸੀਗੇ ਫਿਰ ਕਿ ਨਾਈ ਦੇ ਹੱਥ ਜਿਹੜੀ ਕੁੜੀ ਸੀ ਉਹਦੇ ਵਾਸਤੇ ਵੀ ਆਪਣੇ ਵੱਲੋਂ ਸਾਜੋ ਸਮਾਨ ਭੇਜ ਦਿੰਦੇ ਸੀ। ਇਸ ਸਮਾਨ ਵਿੱਚ ਕੀ ਕੁਝ ਸ਼ਾਮਿਲ ਸੀਗਾ? ਲੜਕੀ ਵਾਸਤੇ ਸੂਟ, ਜੁੱਤੀ, ਗਹਿਣਾ, ਲਾਲ ਪਰਾਂਦੀ, ਮਹਿੰਦੀ, ਮੌਲੀ, ਖੰਡ, ਚੌਲ, ਛੁਹਾਰੇ ਤੇ ਕੁਝ ਨਕਦੀ ਦੇ ਰੂਪ ਵਿੱਚ ਪੈਸੇ। ਕੁੜੀ ਕੀ ਕਰਦੀ ਕਿ ਆਪਣੇ ਘਰ ਨਹਾ ਧੋ ਕੇ ਮੁੰਡੇ ਦੇ ਘਰਦਿਆਂ ਵੱਲੋਂ ਭੇਜੀ ਗਈ ਜੁੱਤੀ, ਕੱਪੜੇ ਤੇ ਲਾਲ ਪਰਾਂਦੀ ਪਾ ਕੇ ਚੜ੍ਹਦੇ ਪਾਸੇ ਵੱਲ ਮੂੰਹ ਕਰਕੇ ਪੀੜ੍ਹੇ 'ਤੇ ਬੈਠ ਜਾਂਦੀ, ਮਤਲਬ ਜਦੋਂ ਉਹਦੀ ਕੁੜਮਾਈ ਹੁੰਦੀ। ਪਿੰਡ ਦੀ ਨੈਣ ਸਹੁਰਿਆਂ ਦੁਆਰਾ ਭੇਜੀ ਗਈ ਨਕਦੀ ਉਸਦੀ ਝੋਲੀ ਵਿੱਚ ਪਾ ਦਿੰਦੀ ਸੀ, ਖੰਡ ਤੇ ਛੁਹਾਰਾ ਉਹਦੇ ਮੂੰਹ ਨੂੰ ਲਾ ਦਿੰਦੀ ਸੀ। ਸੋ ਇਸ ਤਰ੍ਹਾਂ ਇਸ ਰਸਮ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਲੜਕੀ ਦੀ ਸਗਾਈ ਜਾਂ ਕੁੜਮਾਈ ਸੰਪੰਨ ਹੋ ਗਈ। ਹੁਣ ਉਹ ਲੜਕੇ ਵੱਲੋਂ ਜਾਂ ਸਹੁਰੇ ਪਰਿਵਾਰ ਵੱਲੋਂ ਆਈਆਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਸੀਗਾ ਹੰਡਾਉਂਦੀ ਸੀ। ਫਿਰ ਥੋੜ੍ਹੇ ਸਗਨਾਂ ਦੇ ਚੌਲ ਜਿਹੜੇ ਸੀਗੇ ਉਹ ਭਾਈਚਾਰੇ ਵਿੱਚ ਵੰਡ ਦਿੱਤੇ ਜਾਂਦੇ ਸੀ। ਮੰਗਣੀ ਕਰਨ ਦੇ ਨਾਲ ਇਹ ਸਮਝਿਆ ਜਾਂਦਾ ਸੀ ਦੋਵਾਂ ਧਿਰਾਂ ਵੱਲੋਂ ਕਿ ਦੋਵਾਂ ਧਿਰਾਂ ਦਾ ਰਿਸ਼ਤਾ ਆਪਸ ਵਿੱਚ ਪੱਕਾ ਹੋ ਗਿਆ। ਸੋ ਕੁੜਮਾਈ ਤੋਂ ਲੈ ਕੇ ਵਿਆਹ ਤੱਕ ਹੋਰ ਕੋਈ ਵੀ ਰਸਮ ਨਹੀਂ ਸੀ ਹੁੰਦੀ, ਪਰ ਲੇਖਕ ਕਹਿੰਦਾ ਕਿ ਹੁਣ ਇਸ ਰੀਤ ਦੇ ਜਾਂ ਰਸਮ ਦੇ ਰੂਪ ਜਿਹੜੇ ਉਹ ਬਦਲ ਗਏ, ਭਾਵ ਕਿ ਲੋਕ ਆਪਣੇ ਵੱਲੋਂ ਹੀ ਕਈ ਤਰ੍ਹਾਂ ਦੀਆਂ ਹੋਰ ਰਸਮਾਂ ਜਿਹੜੀਆਂ ਵਾ ਇਹਦੇ ਵਿੱਚ ਆਪਣੇ ਕੋਲੋਂ ਸ਼ਾਮਿਲ ਕਰ ਰਹੇ ਆ। ਮੰਗਣੀ ਜਾਂ ਕੁੜਮਾਈ ਤੋਂ ਬਾਅਦ ਕਿਸੇ ਸ਼ੁਭ ਮਹੀਨੇ ਦੀ ਕੋਈ ਵੀ ਤਿੱਥ ਜਾਂ ਮਤਲਬ ਸਮਾਂ ਰੱਖ ਕੇ ਵਿਆਹ ਕਰਨ ਵਾਸਤੇ ਉਹ ਨਿਸ਼ਚਿਤ ਕਰ ਲਿਆ ਜਾਂਦਾ ਹੈ। ਜਦੋਂ ਮੰਗਣੀ ਤੋਂ ਬਾਅਦ ਕੋਈ ਸ਼ੁਭ ਮਹੀਨੇ ਦਾ ਸਾਇਆ ਕਢਾਇਆ ਜਾਂਦਾ ਸੀ ਤੇ ਇਹਨੂੰ ਆਪਾਂ ਕਹਿੰਦੇ ਆ ਸਾਇਆ ਸਧਾਉਣਾ ਜਾਂ ਸਾਹਾ ਕਢਾਉਣਾ, ਭਾਵ ਕਿ ਦਿਨ ਫਿਕਸ ਕਰਨਾ। ਇਸ ਤੋਂ ਪਿੱਛੋਂ ਜਦ ਵਿਆਹ ਵਿੱਚ ਥੋੜ੍ਹੇ ਦਿਨ ਰਹਿ ਜਾਂਦੇ ਸੀ ਤੇ ਕੁੜੀ ਵਾਲੇ ਸਾਏ ਚਿੱਠੀ ਜਾਂ ਲਗਨ ਲਿਖਾਉਂਦੇ। ਲਗਨ ਤੇ ਸਾਏ ਚਿੱਠੀ ਇੱਕ ਹੀ ਗੱਲ ਆ। ਉਸ ਸਾਏ ਚਿੱਠੀ ਨੂੰ ਦੱਬ ਮਤਲਬ ਹਰਾ ਘਾਹ, ਚੌਲ, ਹਲਦੀ, ਖੰਮਣੀ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਲਪੇਟ ਕੇ ਨਾਈ, ਪੰਡਤ ਜਾਂ ਵਿਚੋਲੇ ਦੇ ਹੱਥ ਮੁੰਡੇ ਵਾਲਿਆਂ ਦੇ ਘਰ ਭੇਜਿਆ ਜਾਂਦਾ ਸੀ। ਮੁੰਡੇ ਵਾਲੇ ਇਸ ਸਾਏ ਚਿੱਠੀ ਨੂੰ ਪੰਚਾਇਤ ਤੇ ਮੁੰਡੇ ਦੀ ਹਾਜ਼ਰੀ ਦੇ ਵਿੱਚ ਪੜ੍ਹਦੇ ਸੀਗੇ। ਨਾਈ ਜਾਂ ਪੰਡਤ ਨੂੰ ਲਾਗ ਦੇ ਕੇ ਵਾਪਸ ਭੇਜ ਦਿੱਤਾ ਜਾਂਦਾ ਹੈ। ਸਾਏ ਚਿੱਠੀ ਤੋਂ ਪਿੱਛੋਂ ਦੋਵਾਂ ਘਰਾਂ ਵਿੱਚ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਸੀ। ਕੁੜੀ ਵਾਲੇ ਆਪਣੇ ਭਾਈਚਾਰੇ ਵਿੱਚ ਮੌਲੀ ਜਾਂ ਰੂਹ ਕੱਤਣ ਤੇ ਪੀਣ ਲਈ ਦਾਣੇ ਵੰਡ ਦਿੰਦੇ ਸੀ।
ਅੱਜ ਕੱਲ੍ਹ ਇਹੋ ਜਿਹੇ ਕੰਮ ਜਿਹੜੇ ਸਾਰੇ ਉਹ ਮਸ਼ੀਨਾਂ ਤੋਂ ਕਰਾ ਲਏ ਜਾਂਦੇ, ਭਾਵ ਕਿ ਭਾਈਚਾਰੇ ਨੂੰ ਇਕੱਠਾ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਫਿਰ ਵੀ ਕੁੜੀ ਦੇ ਵਿਆਹ ਦਾ ਸਾਰਾ ਕੰਮ ਭਾਈਚਾਰੇ ਦੇ ਲੋਕ ਆਪਸ 'ਚ ਮਿਲ ਵਰਤ ਕੇ ਕਰਦੇ ਸੀਗੇ, ਕਿਉਂਕਿ ਸਮਝਿਆ ਜਾਂਦਾ ਹੈ ਕਿ ਧੀ ਦੇ ਵਿਆਹ ਦਾ ਕੰਮ ਜਿਹੜਾ ਉਹ ਪੁੰਨ ਦਾ ਕੰਮ ਹੈ। ਮੁੰਡੇ ਵਾਲੇ ਆਪਣੇ ਘਰ ਬਰੀ ਤਿਆਰ ਕਰਨ ਲੱਗ ਜਾਂਦੇ ਸੀ। ਸੋ ਇਸ ਤਰੀਕੇ ਦੇ ਨਾਲ ਵਿਆਹ ਦੀਆਂ ਰਸਮਾਂ ਜਿਹੜੀਆਂ ਉਹ ਸਾਏ ਚਿੱਠੀ ਦੇ ਨਾਲ ਸ਼ੁਰੂ ਹੋ ਜਾਂਦੀਆਂ। ਜਦੋਂ ਸਾਏ ਚਿੱਠੀ ਭੇਜ ਦਿੱਤੀ ਜਾਂਦੀ ਸੀ, ਉਸ ਦਿਨ ਤੋਂ ਕੁੜੀ ਤੇ ਮੁੰਡੇ ਦਾ ਘਰ ਤੋਂ ਬਾਹਰ ਨਿਕਲਣਾ ਜਿਹੜਾ ਲਗਭਗ ਮਨਾ ਕਰ ਦਿੱਤਾ ਜਾਂਦਾ ਹੈ। ਸੋ ਸਾਏ ਚਿੱਠੀ ਆਉਣ ਨਾਲ ਕਿਹਾ ਜਾਂਦਾ ਹੈ ਕਿ ਮੁੰਡੇ ਜਾਂ ਕੁੜੀ ਦੀ ਲੱਤ ਸਾਏ ਵੱਜ ਗਈ ਆ, ਜਾਂ ਕਈ ਥਾਵਾਂ ਦੇ ਉੱਤੇ ਥੜੇ ਪਾਉਣਾ ਵੀ ਕਿਹਾ ਜਾਂਦਾ, ਜਾਂ ਸਾਏ ਵੱਜਣਾ ਵੀ ਕਿਹਾ ਜਾਂਦਾ। ਘਰੋਂ ਬਾਹਰ ਨਾ ਨਿਕਲਣ ਦਾ ਕਾਰਨ ਇਹ ਹੁੰਦਾ ਹੈ ਕਿ ਉਹਨਾਂ ਨੂੰ ਕਿਸੇ ਵੀ ਜਿਹੜੀ ਅਣਸੁਖਾਵੀਂ ਘਟਨਾ ਹੈਗੀ ਉਹਨਾਂ ਤੋਂ ਬਚਾਇਆ ਜਾ ਸਕੇ। ਫਿਰ ਰਸਮਾਂ ਜਿਹੜੀਆਂ ਸ਼ੁਰੂ ਹੁੰਦੀਆਂ, ਉਹਨਾਂ ਵਿੱਚ 7 ਸੁਹਾਗਣ ਔਰਤਾਂ ਇਕੱਠੀਆਂ ਕਰ ਲਈਆਂ ਜਾਂਦੀਆਂ ਭਾਈਚਾਰੇ ਵਿੱਚੋਂ, ਗੁੜ ਵੰਡ ਕੇ ਉਹਨਾਂ ਨੂੰ ਜਿਹੜਾ ਸੱਦਾ ਦਿੱਤਾ ਜਾਂਦਾ ਸੀ। ਹੁਣ ਇਹ 7 ਸੁਹਾਗਣ ਔਰਤਾਂ ਜਿਹੜੀਆਂ ਵਿਆਹ ਦੇ ਹਰ ਕੰਮ ਦੇ ਵਿੱਚ ਸ਼ਮੂਲੀਅਤ ਕਰਦੀਆਂ ਆ, ਅਤੇ ਇਹਨਾਂ ਵਿੱਚੋਂ ਜੇ ਕੋਈ ਇੱਕ ਵੀ ਨਾ ਆਵੇ ਤੇ ਵਿਆਹ ਦੀ ਕੋਈ ਵੀ ਕਾਰ ਵਿਹਾਰ ਜਿਹੜਾ ਉਹ ਨਹੀਂ ਹੁੰਦਾ। 7 ਜਾਂ 9 ਦਿਨ ਪਹਿਲਾਂ ਕੜਾਹੀ ਚੜਾਈ ਜਾਂਦੀ ਹੈ। ਕੜਾਹੀ ਚੜਾਉਣ ਦਾ ਮਤਲਬ ਕਿ ਭਾਜੀ ਤਿਆਰ ਕਰਨੀ। ਵਿਆਂਦੜ ਦੀ ਮਾਂ ਇਹ ਕੜਾਹੀ ਜਿਹੜੀ ਤਿਆਰ ਕੀਤੀ ਹੁੰਦੀ ਹੈ, ਇਹਦੇ ਵਿੱਚ ਗੁਲਗੁਲੇ ਤਿਆਰ ਕਰਕੇ ਆਪਣੇ ਪੇਕਿਆਂ ਨੂੰ ਲੈ ਜਾਂਦੀ ਹੈ, ਭਾਵ ਕਿ ਭਾਜੀ ਲੈ ਜਾਂਦੀ ਹੈ, ਅਤੇ ਵਿਆਹ ਦਾ ਦਿਨ ਆਪਣੇ ਪੇਕਿਆਂ ਨੂੰ ਦੱਸ ਆਉਂਦੀ ਹੈ। ਅੱਗੋਂ ਪੇਕੇ ਜਿਹੜੇ ਸੀਗੇ ਉਹ ਲੜਕੀ ਜਾਂ ਲੜਕੇ ਦੀ ਨਾਨਕੀ ਸ਼ੱਕ ਦੀ ਤਿਆਰੀ ਕਰਨ ਲੱਗ ਜਾਂਦੇ। ਨਾਨਕੀ ਸ਼ੱਕ ਦਾ ਮਤਲਬ ਆ ਕਿ ਉਹ ਸਾਰਾ ਲੀੜਾ ਕੱਪੜਾ ਗਹਿਣਾ ਗੱਟਾ ਸਾਜੋ ਸਮਾਨ ਜੋ ਨਾਨਕਿਆਂ ਵੱਲੋਂ ਲੜਕੀ ਜਾਂ ਲੜਕੇ ਨੂੰ ਦਿੱਤਾ ਜਾਂਦਾ। ਵਿਆਹ ਤੋਂ ਪਹਿਲਾਂ ਵੱਡੀ ਰੀਤ ਕੇਵਲ ਵਟਣੇ ਜਾਂ ਮਾਈਏ ਦੀ ਹੁੰਦੀ ਹੈ। ਮਾਈਆਂ ਵੀ ਵਟਣਾ ਮਲਣ ਨੂੰ ਹੀ ਕਿਹਾ ਜਾਂਦਾ। ਬੰਨੇ ਜਾਂ ਬੰਨੜੀ ਦੇ ਸਿਰ ਉੱਤੇ 4 ਕੁੜੀਆਂ ਚਾਰੇ ਕੰਨੀਆਂ ਫੜ ਕੇ ਪੀਲੀ ਚਾਦਰ ਦਾ ਚੰਦੂਆ ਤਾਣ ਕੇ ਖੜੀਆਂ ਹੋ ਜਾਂਦੀਆਂ ਸੀ। ਠੂਠੀ ਵਿੱਚ ਤੇਲ ਪਾਣੀ ਤੇ ਹਲਦੀ ਮਿਲਾ ਕੇ ਵਟਣਾ ਤਿਆਰ ਕੀਤਾ ਜਾਂਦਾ। ਘਾਹ ਦੀ ਗੁੱਟੀ ਦੇ ਨਾਲ ਇਹ ਮੁੰਡੇ ਜਾਂ ਕੁੜੀ ਦੇ ਵਾਲਾਂ ਦੀ ਲੇਟ ਅਤੇ ਬਾਅਦ 'ਚ ਹੱਥਾਂ ਪੈਰਾਂ ਜਾਂ ਚਿਹਰੇ ਦੇ ਉੱਤੇ ਲਗਾਇਆ ਜਾਂਦਾ ਹੈ। ਇਹਦਾ ਮਤਲਬ ਇਹ ਹੁੰਦਾ ਸੀਗਾ ਕਿ ਉਹਨਾਂ ਦੇ ਰੰਗ ਰੂਪ ਵਿੱਚ ਨਿਖਾਰ ਆ ਸਕੇ। ਅਜੋਕੇ ਸਮੇਂ ਵਿੱਚ ਇਸ ਰੀਤ ਵਿੱਚ ਵੀ ਕਾਫੀ ਕੁਛ ਬਦਲ ਚੁੱਕਾ ਹੈ। ਇਸ ਤੋਂ ਬਾਅਦ ਹੁਣ ਵਿਆਹ ਦਾ ਦਿਨ ਆ ਜਾਂਦਾ ਹੈ। ਵਿਆਹ ਤੋਂ ਇੱਕ ਦਿਨ ਪਹਿਲਾਂ, ਜਿਹਨੂੰ ਕਿ ਮੇਲ ਵਾਲਾ ਦਿਨ ਕਿਹਾ ਜਾਂਦਾ ਹੈ, ਜਿੰਨਾ ਵੀ ਅੰਗਾਂ ਸਾਕਾਂ ਨੂੰ ਸੱਦਿਆ ਹੁੰਦਾ ਆ ਉਹ ਆਉਣੇ ਸ਼ੁਰੂ ਹੋ ਜਾਂਦੇ। ਸਭ ਤੋਂ ਵਧੇਰੇ ਮੇਲ ਨਾਨਕਿਆਂ ਦਾ ਮੰਨਿਆ ਜਾਂਦਾ ਆ। ਨਾਨਕੇ ਜਿਹੜੇ ਆਪਣੀ ਦੋਹਤੀ ਜਾਂ ਦੋਹਤੇ ਲਈ ਗਹਿਣੇ ਬਿਸਤਰੇ ਪਲੰਗ ਬਰਤਨ ਅਤੇ ਕੱਪੜੇ ਲੱਤੇ ਲੈ ਕੇ ਆਉਂਦੇ ਆ। ਮਾਮੇ ਮਾਮੀ ਨੇ ਇੱਕ ਦੂਜੇ ਦਾ ਲੜ ਫੜਿਆ ਹੁੰਦਾ ਆ। ਸਾਰਾ ਮੇਲ ਜਿਹੜਾ ਵਾ ਕਈ ਤਰ੍ਹਾਂ ਦੀਆਂ ਟੀਚਰਾਂ ਕਰਦਾ, ਬੰਬੀਹੇ ਬੁਲਾਉਂਦਾ, ਭਾਵ ਕਿ ਬੜਾ ਜੋਸ਼ੋ ਖਰੋਸ਼ ਦੇ ਨਾਲ ਜਿਹੜਾ ਉਹ ਪਿੰਡ ਦੀ ਜੂਹ ਵਿੱਚ ਵੜਦਾ। ਵਿਆਹ ਵਾਲੇ ਲੜਕੇ ਜਾਂ ਲੜਕੀ ਦੀ ਮਾਂ ਆਪਣੇ ਭਰਾ ਭਰਜਾਈ ਦੇ ਸਵਾਗਤ ਵਾਸਤੇ ਉਡੀਕ ਕਰ ਰਹੀ ਹੁੰਦੀ ਆ। ਸੋ ਸਵਾਗਤੀ ਗੀਤ ਗਾ ਕੇ ਉਹਨਾਂ ਨੂੰ ਜਿਹੜਾ ਘਰ ਦੇ ਵਿੱਚ ਲਿਆਂਦਾ ਜਾਂਦਾ। ਉਸ ਤੋਂ ਅੱਗੇ ਵਿਆਹ ਵਾਲੇ ਦਿਨ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਮੁੰਡੇ ਨੂੰ ਆਖਰੀ ਵਟਣਾ ਮਲ ਕੇ ਨੁਹਾ ਦਿੰਦੇ। ਆਖਰੀ ਵਟਣੇ ਦਾ ਮਤਲਬ ਕਿ ਇਲਾਕਿਆਂ ਦੇ ਹਿਸਾਬ ਦੇ ਨਾਲ ਵਟਣਾ ਮਲਣ ਦੇ ਵਿੱਚ ਫਰਕ ਆ। ਕਈ ਲੋਕ 7 ਦਿਨ ਪਹਿਲਾਂ ਮਲਦੇ ਆ ਵਟਣਾ, ਕੋਈ 5ਵੇਂ 'ਤੇ, ਕੋਈ 3ਜੇ 'ਤੇ ਕੋਈ 1 ਦਿਨ। ਮੋਸਟਲੀ ਜਿਹੜਾ ਉਹ ਸਾਡੇ ਇੱਧਰ ਰਿਵਾਜ ਹੈ ਕਿ ਵਿਆਹ ਵਾਲੇ ਦਿਨ ਜਿਹੜਾ ਉਹ ਵਟਣਾ ਮਲਿਆ ਜਾਂਦਾ। ਸੋ ਨਹਾ ਕੇ ਉਹਨੂੰ ਮਾਮੇ ਦੁਆਰਾ ਲਿਆਂਦੀ ਗਈ ਜਿਹੜੀ ਪਹਿਰਾਵਾ ਹੁੰਦਾ ਉਹ ਪਹਿਨਾਇਆ ਜਾਂਦਾ। ਸਿਰ ਦੇ ਉੱਤੇ ਸਿਹਰਾ ਸਜਾਇਆ ਜਾਂਦਾ, ਅਤੇ ਇਸੇ ਤਰੀਕੇ ਦੇ ਨਾਲ ਲੜਕੇ ਦੇ ਨਾਲ ਸਰਬਾਲਾ ਜਿਹੜਾ ਹੁੰਦਾ ਉਹਨੂੰ ਵੀ ਨਵਾ ਧਵਾ ਕੇ ਸਜਾਇਆ ਜਾਂਦਾ। ਵਿਆਹੁੰਦੜ ਮੁੰਡੇ ਦੇ ਤਿਆਰ ਹੋਣ ਤੋਂ ਬਾਅਦ ਪਹਿਲੀ ਰਸਮ ਹੁੰਦੀ ਆ ਘੋੜੀ ਦੀ ਰਸਮ। ਘੋੜੀ ਚੜ੍ਹਨ ਤੋਂ ਪਹਿਲਾਂ ਮੁੰਡੇ ਦੀ ਭਰਜਾਈ ਸੁਰਮਾ ਪਾ ਕੇ ਸੁਰਮਾ ਪਵਾਈ ਲੈ ਲੈਂਦੀ ਆ। ਉਸ ਤੋਂ ਬਾਅਦ ਭੈਣ ਜਿਹੜੀ ਉਹ ਵਾਗ ਫੜਦੀ ਆ। ਫਿਰ ਮੁੰਡੇ ਦੀ ਜਿਹੜੀ ਮਾਂ ਅਤੇ ਹੋਰ ਸ਼ਰੀਕਣੀਆਂ ਜਾਂ ਭਾਈਚਾਰੇ ਦੀਆਂ ਔਰਤਾਂ ਉਹ ਸਲਾਮੀਆਂ ਜਾਂ ਸ਼ਗਨ ਪਾਉਂਦੀਆਂ। ਸੋ ਇਸ ਤਰੀਕੇ ਦੇ ਨਾਲ ਜਿਹੜਾ ਵਾ ਇਹ ਰਸਮ ਨਿਭਾਈ ਜਾਂਦੀ ਹੈ। ਜਦੋਂ ਜੰਝ ਕੁੜੀ ਵਾਲਿਆਂ ਦੇ ਪਿੰਡ ਪਹੁੰਚ ਜਾਂਦੀ ਆ, ਅਤੇ ਅੱਗੋਂ ਪਿੰਡ ਦੀ ਪੰਚਾਇਤ ਜਿਹੜੀ ਉਹ ਸਵਾਗਤ ਵਿੱਚ ਖੜੀ ਹੁੰਦੀ ਆ। ਪਿੰਡ ਦੇ ਮੇਨ ਦਰਵਾਜ਼ੇ 'ਤੇ ਜਾਂ ਡੇਰੇ ਵਿੱਚ ਜਿੱਥੇ ਕਿ ਜੰਝ ਦੇ ਠਹਿਰਨ ਦਾ ਪ੍ਰਬੰਧ ਕੀਤਾ ਗਿਆ ਹੋਵੇ, ਉਸ ਜਗ੍ਹਾ 'ਤੇ ਮਿਲਣੀ ਦੀ ਰਸਮ ਹੁੰਦੀ ਆ। ਮਿਲਣੀ ਤੋਂ ਪਿੱਛੋਂ ਜੰਝ ਜਿਹੜੀ ਆ ਉਹ ਡੇਰੇ ਜਾਂ ਜੰਝ ਘਰ ਵਿੱਚ ਪਹੁੰਚ ਜਾਂਦੀ ਹੈ। ਮੁੰਡਾ ਰਾਤ ਦੀ ਰੋਟੀ ਡੇਰੇ ਵਿੱਚ ਹੀ ਖਾਂਦਾ ਆ। ਜੇ ਜਾਂਝੀਆਂ ਦੀ ਗੋਤਣ ਕੋਈ ਕੁੜੀ, ਗੋਤਣ ਮਤਲਬ ਕਿ ਜੇ ਜੰਝ ਵਾਲੇ ਜਿਹੜੇ ਮੁੰਡੇ ਵਾਲੀ ਧਿਰ ਦੇ ਲੋਕ ਆ, ਜਿਹੜਾ ਸਰਨੇਮ ਜਾਂ ਗੋਤ ਉਹਨਾਂ ਦੀ ਹੈ, ਜੇ ਉਹਨਾਂ ਦੀ ਗੋਤ ਦੀ ਕੋਈ ਕੁੜੀ ਉਸ ਪਿੰਡ ਵਿੱਚ ਵਿਆਹੀ ਹੋਵੇ ਜਿੱਥੇ ਕਿ ਉਹ ਵਿਆਹੁਣ ਗਏ,
ਤੇ ਉਹਨਾਂ ਨੂੰ ਮਠਿਆਈ ਤੇ ਰੁਪਈਏ ਵਗੈਰਾ ਦੇ ਕੇ ਉਹਦਾ ਮਾਣ ਸਤਿਕਾਰ ਕੀਤਾ ਜਾਂਦਾ ਹੈ। ਇਸ ਰਸਮ ਨੂੰ ਰੋਟੀ ਕੱਢਣਾ ਵੀ ਕਹਿੰਦੇ ਆ, ਕਿਉਂਕਿ ਉਸ ਲੜਕੀ ਵਾਸਤੇ ਰੋਟੀ ਵਗੈਰਾ ਜਿਹੜੀ ਉਹ ਕੱਢੀ ਜਾਂਦੀ ਆ। ਸੋ ਅੱਗੇ ਹੈਗੀ ਕਿ ਫੇਰਿਆਂ ਦੀ ਰਸਮ। ਫੇਰਿਆਂ ਦੀ ਰਸਮ ਤੋਂ ਬਿਨਾਂ ਕੋਈ ਵੀ ਵਿਆਹ ਜਿਹੜਾ ਉਹ ਸੰਪੂਰਨ ਨਹੀਂ ਮੰਨਿਆ ਜਾਂਦਾ। ਕੁੜੀ ਨੂੰ ਕੁੜੀ ਦਾ ਮਾਮਾ ਖਾਰਿਆਂ ਤੋਂ ਚੁੱਕ ਕੇ ਅੰਦਰ ਬਿਠਾਉਂਦਾ ਹੈ। ਇੱਥੇ ਕੁੜੀ ਦੀ ਮਾਂ ਮਾਮੇ ਨੂੰ ਮਿਸ਼ਰੀ ਜਾਂ ਗੁੜ ਦੇ ਕੇ ਸਨਮਾਨਿਤ ਕਰਦੀ ਆ। ਪਹਿਲੇ ਸਮਿਆਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਨਾਲ ਲਾਵਾਂ ਫੇਰੇ ਕਰਨ ਦਾ ਰਿਵਾਜ ਸੀਗਾ, ਪਰ ਜਦੋਂ ਤੋਂ ਪੰਜਾਬ ਦੇ ਵਿੱਚ ਸਿੰਘ ਸਭਾ ਲਹਿਰ ਆਈ, ਉਹਨਾਂ ਨੇ ਆਨੰਦ ਕਾਰਜ ਦੀ ਰਸਮ ਜਿਹੜੀ ਉਹਦਾ ਪ੍ਰਚਾਰ ਕੀਤਾ। ਇਸ ਕਰਕੇ ਹਵਨ ਦੀ ਥਾਂ ਹੁਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜਿਹੜੀਆਂ ਲਾਵਾਂ ਉਹ ਕੀਤੀਆਂ ਜਾਂਦੀਆਂ, ਉਹਨਾਂ ਦੀ ਹਜ਼ੂਰੀ ਦੇ ਵਿੱਚ ਲਾਵਾਂ ਫੇਰੇ ਕੀਤੇ ਜਾਂਦੇ। 4 ਲਾਵਾਂ ਪੜ੍ਹ ਕੇ ਗ੍ਰੰਥੀ ਸਿੰਘ ਜਿਹੜਾ ਆਨੰਦ ਸਾਹਿਬ ਦਾ ਪਾਠ ਕਰਕੇ ਭੋਗ ਪਾਉਂਦਾ ਆ। ਇਸ ਤਰੀਕੇ ਦੇ ਨਾਲ ਮੰਨਿਆ ਜਾਂਦਾ ਕਿ ਅਸਲ ਕਾਰਜ ਹੈ ਜਿਹੜਾ ਵਿਆਹ ਦਾ, ਲਗਨ ਜਾਂ ਫੇਰਿਆਂ ਦੀ ਰਸਮ ਉਹ ਖਤਮ ਹੋ ਜਾਂਦੀ। ਉਸ ਤੋਂ ਬਾਅਦ ਵਰੀ ਜਿਹੜੀ ਉਹ ਦਿਖਾਉਣ ਦਾ ਕੰਮ ਸ਼ੁਰੂ ਹੁੰਦਾ ਆ। ਜਾਂਝੀ ਜਾਂ ਬਰਾਤੀ ਜਿਹੜੀ ਵੀ ਵਰੀ ਲੈ ਕੇ ਆਏ ਹੋਣ, ਉਹਨਾਂ ਨੂੰ ਥਾਲੀਆਂ ਟੋਕਰਿਆਂ ਵਿੱਚ ਖਿਲਾਰ ਕੇ ਉਹ ਕੁੜੀ ਵਾਲਿਆਂ ਦੇ ਘਰ ਲੈ ਕੇ ਆਉਂਦੇ ਆ ਤੇ ਸਾਰੇ ਭਾਈਚਾਰੇ ਨੂੰ ਸੱਦ ਕੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਵਰੀ ਦਿਖਾਈ ਜਾਂਦੀ। ਵਰੀ ਹੁੰਦੀ ਕਿ ਜਿਹੜਾ ਮੁੰਡੇ ਵਾਲਿਆਂ ਨੇ ਵਿਆਹ ਵਾਲੀ ਕੁੜੀ ਵਾਸਤੇ ਲੀੜੇ, ਕੱਪੜੇ, ਗਹਿਣਾ ਗੱਟਾ ਜੋ ਕੁਛ ਵੀ ਬਣਾਇਆ ਉਹਨੂੰ ਵਰੀ ਕਹਿੰਦੇ। ਫਿਰ ਜੰਝ ਦੇ ਤੁਰਨ ਤੋਂ ਪਹਿਲਾਂ ਕੁੜੀ ਵਾਲੇ ਮੁੰਡੇ ਵਾਲਿਆਂ ਨੂੰ ਤੇ ਆਪਣੇ ਭਾਈਚਾਰੇ ਨੂੰ ਦਿੱਤਾ ਜਾਣ ਵਾਲਾ ਦਾਜ ਤੇ ਖੱਟ ਵਿਖਾਉਂਦੇ ਆ। ਦਾਜ ਹੁੰਦਾ ਜਿਹੜਾ ਕੁੜੀ ਵਾਲੇ ਆਪਣੀ ਕੁੜੀ ਜਾਂ ਕੁੜੀ ਦੇ ਸਹੁਰਿਆਂ ਨੂੰ ਜੋ ਸਾਜੋ ਸਮਾਨ ਦਿੰਦੇ ਆ। ਇਹਦੇ ਵਿੱਚ ਉਹ ਸਾਰਾ ਕੁਝ ਦਿਖਾਇਆ ਜਾਂਦਾ ਜਿਹੜਾ ਕੁੜੀ ਵਾਲੇ ਮੁੰਡੇ ਵਾਲਿਆਂ ਨੂੰ ਜਾਂ ਆਪਣੀ ਧੀ ਨੂੰ ਦਿੰਦੇ ਆ। ਜਦੋਂ ਦਾਜ ਜਾਂ ਵਰੀ ਦੀ ਰਸਮ ਦਾ ਵਿਖਾੜਾ ਖਤਮ ਹੁੰਦਾ ਆ ਤੇ ਫਿਰ ਕੁੜੀਆਂ ਜਿਹੜੀਆਂ ਵਾ ਉਹ ਮੁੰਡੇ ਨੂੰ ਟਿਚਰਾਂ ਮਖੌਲ ਕਰਨ ਲੱਗ ਜਾਂਦੀਆਂ। ਇੱਥੇ ਹੀ ਬਿਠਾ ਕੇ ਮੁੰਡੇ ਨੂੰ ਜਿਹੜੀਆਂ ਭਾਈਚਾਰੇ ਦੀਆਂ ਔਰਤਾਂ ਉਹ ਸਲਾਮੀਆਂ ਜਾਂ ਸ਼ਗਨ ਦਿੰਦੀਆਂ। ਮੁੰਡੇ ਤੋਂ ਵਿਆਹ ਵਾਲੇ ਮੁੰਡੇ ਤੋਂ ਕੁੜੀਆਂ ਜਿਹੜੀਆਂ ਵਾ ਉਹ ਟਿਚਰਾਂ ਕਰਦੀਆਂ ਹੋਈਆਂ ਛੰਦ ਸੁਣਨ ਦੀ ਫਰਮਾਇਸ਼ ਕਰਦੀਆਂ। ਸਰਬਾਲੇ ਨੂੰ ਹੱਥਾਂ ਉੱਤੇ ਚੁੱਕ ਲੈਂਦੀਆਂ, ਭਾਵ ਕਿ ਸਰਬਾਲੇ ਦਾ ਵੀ ਬੜਾ ਮਾਣ ਸਤਿਕਾਰ ਜਿਹੜਾ ਉਹ ਕੀਤਾ ਜਾਂਦਾ। ਜੰਝ ਵਿਦਾ ਕਰ ਦਿੱਤੀ ਜਾਂਦੀ ਆ। ਰੋਂਦੀ ਕਰਲਾਉਂਦੀ ਧੀ ਨੂੰ ਜਿਹੜਾ ਚੁੱਕ ਕੇ ਡੋਲੇ ਜਾਂ ਮਤਲਬ ਜਿੱਥੇ ਵੀ ਆ ਉਹ ਬਿਠਾਇਆ ਜਾਂਦਾ ਹੈ। ਫਿਰ ਮੁੰਡੇ ਦੇ ਘਰ ਪਹੁੰਚਣ 'ਤੇ ਮੁੰਡੇ ਦੀ ਮਾਂ ਸ਼ਗਨਾਂ ਦੀ ਥਾਲੀ ਲੈ ਕੇ ਨੂੰਹ ਤੇ ਪੁੱਤ ਨੂੰ ਲੈਣ ਜਾਂਦੀ ਆ। ਇਹ ਵਿਆਹ ਦੀ ਲਗਭਗ ਆਖਰੀ ਰਸਮ ਮੰਨੀ ਜਾਂਦੀ ਆ। ਦਰਵਾਜ਼ੇ ਉੱਤੇ ਉਹ ਪਾਣੀ ਨਾਲ ਵਾਰਨੇ ਵਾਰਦੀ। ਪਾਣੀ ਵਾਰਨ ਦਾ ਮਤਲਬ ਕੀ ਹੁੰਦਾ ਆ ਕਿ ਜਿਹੜੀ ਮਾਂ ਆ ਉਹ ਚਾਹੁੰਦੀ ਆ ਕਿ ਉਹਦੇ ਨੌਂ ਪੁੱਤ ਜਿਹੜੇ ਹਮੇਸ਼ਾ ਸੁਖੀ ਰਹਿਣ ਤੇ ਉਹਨਾਂ ਦੇ ਸਿਰ 'ਤੇ ਆਉਣ ਵਾਲੇ ਹਰ ਦੁੱਖ ਮੁਸੀਬਤ ਨੂੰ ਆਪਣੇ ਸਿਰ 'ਤੇ ਲੈਣਾ ਚਾਹੁੰਦੀ। 7 ਵਾਰੀ ਉਹ ਪਾਣੀ ਮੂੰਹ ਨੂੰ ਲਾਉਂਦੀ ਆ। ਇਹਦਾ ਮਤਲਬ ਇਹ ਹੁੰਦਾ ਕਿ ਉਹ ਪੁੱਤ ਦੇ ਦੁੱਖ ਆਪਣੇ ਸਿਰ ਲੈਣ ਦੀ ਕੁਰਬਾਨੀ ਕਰਦੀ ਹੈ। ਮੁੰਡਾ ਉਹਨੂੰ ਹਰ ਵਾਰ ਰੋਕਦਾ ਆ। 7ਵੀਂ ਵਾਰ ਉਹਦੀਆਂ ਦਰਾਣੀਆਂ ਜਠਾਣੀਆਂ ਉਹਨੂੰ ਪਾਣੀ ਨਹੀਂ ਪੀਣ ਦਿੰਦੀਆਂ ਤੇ ਇਸ ਤਰੀਕੇ ਦੇ ਨਾਲ ਇਹ ਰਸਮ ਜਿਹੜੀ ਉਹ ਸਮਾਪਤ ਹੁੰਦੀ। ਫਿਰ ਇਸ ਰਸਮ ਪਾਣੀ ਵਾਰਨ ਦੀ ਰਸਮ ਤੋਂ ਬਾਅਦ ਜਿਹੜੀ ਨਵੀਂ ਵਿਆਹੀ ਵਹੁਟੀ ਹੁੰਦੀ ਉਹਨੂੰ ਭਾਈਚਾਰੇ ਦੀਆਂ ਔਰਤਾਂ ਸ਼ਗਨ ਪਾਉਂਦੀਆਂ ਤੇ ਉਹਦਾ ਮੂੰਹ ਜਿਹੜਾ ਉਹ ਵੇਖਦੀ। ਦੂਸਰੇ ਦਿਨ ਸਵੇਰੇ ਲਾੜਾ ਅਤੇ ਲਾੜੀ ਆਪਣੇ ਪਿੱਤਰਾਂ, ਸ਼ਹੀਦਾਂ ਜਾਂ ਤੁਲਸੀ ਦੇ ਬੂਟੇ ਦੀ ਪੂਜਾ ਵਾਸਤੇ ਜਾਂਦੇ ਆ। ਇਹ ਵੀ ਹਰ ਇੱਕ ਇਲਾਕੇ ਦੇ ਹਿਸਾਬ ਦੇ ਨਾਲ ਜਾਂ ਹਰ ਇੱਕ ਧਰਮ, ਜਾਤ, ਕੌਮ ਦੇ ਹਿਸਾਬ ਦੇ ਨਾਲ ਵੱਖੋ-ਵੱਖ ਨਿਸ਼ਚਿਤ ਕੀਤਾ ਗਿਆ ਹੁੰਦਾ ਕਿ ਕੌਣ ਕਿਹਨੂੰ ਮੰਨਦਾ ਹੈ। ਜੇ ਇਸ ਜਗ੍ਹਾ ਨੂੰ ਕੋਈ ਮੰਨਦਾ ਹੋਵੇ ਉੱਥੇ ਜਾ ਕੇ ਜਿਹੜਾ ਉਹਦੀ ਪੂਜਾ ਉਹ ਕਰਦੇ। ਕਈ ਥਾਵਾਂ ਉੱਤੇ ਇਸ ਸਮੇਂ ਛਟੀ ਖੇਡਣ ਦਾ ਰਿਵਾਜ ਹੈ। ਛਟੀ ਦਾ ਮਤਲਬ ਆ ਕਿ 7-7 ਸੋਟੀਆਂ ਮਾਰਨੀਆਂ। ਲਾੜਾ ਅਤੇ ਲਾੜੀ ਇੱਕ ਦੂਜੇ ਦੇ 7-7 ਛਟੀਆਂ ਮਾਰਦੇ ਆ। ਮਤਲਬ ਜਿਸ ਜਗ੍ਹਾ ਦੇ ਉੱਤੇ ਜਾ ਕੇ ਉਹ ਪੂਜਾ ਕਰਦੇ ਉਸੇ ਹੀ ਜਗ੍ਹਾ 'ਤੇ। ਇਸੇ ਹੀ ਸ਼ਾਮ ਨੂੰ ਮਤਲਬ ਵਿਆਹ ਤੋਂ ਅਗਲੇ ਦਿਨ ਸ਼ਾਮ ਨੂੰ ਕੰਗਣਾ ਖੇਲਣ ਦੀ ਰਸਮ ਜਿਹੜੀ ਉਹ ਹੁੰਦੀ ਹੈ। ਫਿਰ ਤੀਸਰੇ ਦਿਨ ਨਵੀਂ ਵਿਆਹੀ ਜਿਹੜੀ ਲਾੜੀ ਆ ਉਹਨੂੰ ਤੋਰਨ ਤੋਂ ਪਹਿਲਾਂ ਪਿੰਡ ਨੂੰ ਦਿਖਾਵਾ ਜਿਹੜਾ ਉਹ ਦਿਖਾਇਆ ਜਾਂਦਾ ਹੈ। ਭਾਵ ਕਿ ਜੋ ਵਹੁਟੀ ਨੇ ਸਾਜੋ ਸਮਾਨ ਲਿਆਂਦਾ ਉਹ ਭਾਈਚਾਰੇ ਦੇ ਵਿੱਚ ਦਿਖਾਇਆ ਜਾਂਦਾ। ਬਹੂ ਦੀ ਸਭ ਤੋਂ ਛੋਟੀ ਨਨਾਣ ਪੇਟੀ ਖੋਲ੍ਹਦੀ ਆ ਤੇ ਪੇਟੀ ਖੋਲ੍ਹਣ 'ਤੇ ਜਿਹੜਾ ਉਹ ਆਪਣੇ ਮਨ ਭਾਉਂਦਾ ਸੂਟ ਲੈ ਲੈਂਦੀ। ਸੋ ਵਿਆਹ ਦੀਆਂ ਇਹਨਾਂ ਰਸਮਾਂ ਵਿੱਚ ਕਿਤੇ ਕਿਤੇ ਤਬਦੀਲੀ ਆ ਗਈ ਆ ਜਾਂ ਇਲਾਕਿਆਂ ਦੇ ਹਿਸਾਬ ਦੇ ਨਾਲ ਰਸਮਾਂ ਦੇ ਵਿੱਚ ਥੋੜ੍ਹਾ ਬਹੁਤਾ ਜਿਹੜਾ ਅੰਤਰ ਉਹ ਦੇਖਣ ਨੂੰ ਮਿਲਦਾ ਹੈ।